मेरा नाम सोनिया है। ਇਹ ਕਹਾਣੀ ਇੱਕ 80 ਸਾਲ ਦੇ ਬੁੱਢੇ ਦੀ ਹੈ ਜੋ ਆਪਣੀ 18 ਸਾਲ ਦੀ ਪਤਨੀ ਨੂੰ ਗਰਭਵਤੀ ਕਰਨ ਦੇ ਲਈ ਘਰ ਵਿੱਚ ਸਫੇਦ ਘੋੜਾ ਕਿਉਂ ਲਿਆਉਂਦਾ ਸੀ। ਇਹ ਕਹਾਣੀ ਸੁਣ ਕੇ ਜਾਨ ਨਿਕਲ ਜਾਵੇਗੀ। ਦੋਸਤੋ, ਮੇਰਾ ਨਾਮ ਸੋਨੀਆ ਹੈ। ਮੈਨੂੰ ਬਚਪਨ ਵਿੱਚ ਹੀ ਪੜ੍ਹਨ ਲਿਖਣ ਦਾ ਬਹੁਤ ਸ਼ੌਂਕ ਸੀ। ਮੇਰੇ ਮਾਤਾ ਪਿਤਾ ਨੇ ਵੀ ਹਮੇਸ਼ਾ ਮੈਨੂੰ ਬਹੁਤ ਸਪੋਰਟ ਕੀਤੀ ਸੀ। ਉਹ ਮੈਨੂੰ ਪੜ੍ਹਾ ਲਿਖਾ ਕੇ ਇੱਕ ਚੰਗਾ ਤੇ ਕਾਬਿਲ ਇਨਸਾਨ ਬਣਾਉਣਾ ਚਾਹੁੰਦੇ ਸੀ। ਮੈਂ 10ਵੀਂ ਪਾਸ ਕਰ ਲਈ ਤੇ ਹੁਣ 11ਵੀਂ ਜਮਾਤ ਲਈ ਚੰਗੇ ਸਕੂਲ ਵਿੱਚ ਐਡਮਿਸ਼ਨ ਲੈਣ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ। ਮੈਂ ਸ਼ਹਿਰ ਦੇ ਇੱਕ ਚੰਗੇ ਤੇ ਵੱਡੇ ਸਕੂਲ ਵਿੱਚ ਐਡਮਿਸ਼ਨ ਲਿਆ ਤੇ ਪੂਰੇ ਦਿਲ ਤੇ ਦਿਮਾਗ ਦੇ ਨਾਲ ਆਪਣੀ ਪੜ੍ਹਾਈ ਜਾਰੀ ਰੱਖੀ। ਮੈਂ ਆਪਣੀ ਸਿੱਖਿਆ ਪਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਸੀ ਤੇ ਪੂਰੀ ਕੋਸ਼ਿਸ਼ਾਂ ਤੋਂ ਬਾਅਦ ਮੈਂ ਆਪਣੀ ਪੜ੍ਹਾਈ ਨੂੰ ਜਾਰੀ ਰੱਖਿਆ। ਮੈਂ ਸਕੂਲ ਵਿੱਚ ਕਦੇ ਕੋਈ ਕਲਾਸ ਮਿਸ ਨਹੀਂ ਕੀਤੀ ਸੀ, ਜਦ ਕਿ ਦੂਸਰੀ ਤਰਫ ਬਾਕੀ ਕੁੜੀਆਂ ਨੂੰ ਪੀਰੀਅਡ ਮਿਸ ਕਰਦੇ ਦੇਖਿਆ। ਇਸ ਸਕੂਲ ਦੀ ਕੰਟੀਨ ਤੋਂ ਬਾਹਰ ਮੋਬਾਈਲ ਉੱਤੇ ਹਰ ਵਕਤ ਲੱਗੇ ਦੇਖਿਆ। ਮੈਨੂੰ ਬਹੁਤ ਹੈਰਾਨੀ ਹੁੰਦੀ ਸੀ ਕਿ ਨਾ ਜਾਣੇ ਇਹ ਕਿਸ ਘਰ ਦੀਆਂ ਕੁੜੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਮਾਤਾ ਪਿਤਾ ਉਹਨਾਂ ਦੇ ਲਈ ਸਖਤ ਮਿਹਨਤ ਕਰਦੇ ਨੇ ਤੇ ਇਸ ਸਕੂਲ ਦੀਆਂ ਕਿੰਨੀਆਂ ਮਹਿੰਗੀਆਂ ਫੀਸਾਂ ਭਰਦੇ ਨੇ ਤਾਂ ਜੋ ਸਾਡੀਆਂ ਬੇਟੀਆਂ ਪੜ੍ਹ ਲਿਖ ਕੇ ਕਾਬਿਲ ਇਨਸਾਨ ਬਣਨ। ਪਰ ਇਹ ਸਭ ਤਾਂ ਇੱਥੇ ਖੂਬ ਮਜ਼ੇ ਕਰਨ ਵਿੱਚ ਮਗਨ ਨੇ, ਜਦ ਕਿ ਮੈਂ ਇੱਕ ਪਿੰਡ ਦੀ ਕੁੜੀ ਸੀ ਤੇ ਚੰਗੇ ਕਾਲਜ ਵਿੱਚ ਡਿਗਰੀ ਹਾਸਲ ਕਰਨ ਦੇ ਲਈ ਮੇਰੇ ਪਿਤਾ ਨੇ ਮੈਨੂੰ ਸ਼ਹਿਰ ਆਪਣੇ ਮਾਮਾ ਮਾਮੀ ਦੇ ਘਰ ਕੁਝ ਸਾਲਾਂ ਦੇ ਲਈ ਭੇਜਿਆ ਹੋਇਆ ਸੀ। ਮੇਰੇ ਮਾਮਾ ਤੇ ਮਾਮੀ ਵੀ ਬਹੁਤ ਚੰਗੇ ਸੀ। ਮੈਂ ਇੱਕ ਦਿਨ ਆਪਣੀਆਂ ਕਿਤਾਬਾਂ ਵਿੱਚ ਖੋਈ ਹੋਈ ਸੀ। ਮੇਰੇ ਮੋਢੇ ਉੱਤੇ ਹੱਥ ਮਾਰ ਕੇ ਪਾਰੋ ਹੱਸ ਕੇ ਕਹਿਣ ਲੱਗੀ ਕਿ ਯਾਰ, ਤੂੰ ਹਰ ਵਕਤ ਕਿਤਾਬਾਂ ਵਿੱਚ ਵੜੀ ਰਹਿੰਦੀ ਹੈ। ਕਦੇ ਕਿਤਾਬਾਂ ਦੀ ਦੁਨੀਆ ਤੋਂ ਬਾਹਰ ਨਿਕਲ ਕੇ ਤਾਂ ਦੇਖ, ਦੁਨੀਆ ਕਿੰਨੀ ਹਸੀਨ ਤੇ ਖੂਬਸੂਰਤ ਹੈ। ਹਾਏ, ਇਹ ਜਵਾਨੀ ਦੀਆਂ ਰੰਗੀਨੀਆਂ। ਉਹ ਬਹੁਤ ਪਿਆਰੇ ਸ਼ਬਦਾਂ ਨਾਲ ਮੁਸਕਰਾਉਂਦੇ ਹੋਏ ਕਹਿਣ ਲੱਗੀ, ਪਾਰੋ ਮੇਰੇ ਮਾਮੇ ਦੀ ਇੱਕ ਇਕਲੌਤੀ ਤੇ ਲਾਡਲੀ ਬੇਟੀ ਸੀ ਜੋ ਮੇਰੀ ਬਹੁਤ ਚੰਗੀ ਸਹੇਲੀ ਤੇ ਕਜ਼ਨ ਵੀ ਸੀ। ਮੈਂ ਕਿਹਾ, ਨਹੀਂ ਯਾਰ, ਤੂੰ ਨਹੀਂ ਜਾਣਦੀ ਮੇਰੇ ਲਈ ਪੜ੍ਹ ਲਿਖ ਕੇ ਕੁਝ ਬਣਨਾ ਕਿੰਨਾ ਜ਼ਰੂਰੀ ਹੈ। ਮੇਰੇ ਮਾਤਾ ਪਿਤਾ ਦੀਆਂ ਮੇਰੇ ਤੋਂ ਬਹੁਤ ਉਮੀਦਾਂ ਜੁੜੀਆਂ ਨੇ। ਉਹ ਮੈਨੂੰ ਘੂਰਦੀ ਹੋਈ ਬੋਲੀ, ਬਸ ਕਰ ਯਾਰ, ਇੱਥੇ ਮੰਮੀ ਪਾਪਾ ਲਾ ਕੇ ਬੈਠ ਗਈ, ਹੁਣ ਤੂੰ ਵੀ ਮੈਨੂੰ ਲੈਕਚਰ ਦੇਵੇਂਗੀ। ਇਹ ਪੜ੍ਹਾਈ ਵੜਾਈ ਮੇਰੇ ਬਸ ਦੀ ਗੱਲ ਨਹੀਂ ਹੈ। ਇਹ ਤਾਂ ਜ਼ਬਰਦਸਤੀ ਮੈਂ ਮੰਮੀ ਪਾਪਾ ਦੇ ਕਹਿਣ ਉੱਤੇ ਕਾਲਜ ਵਿੱਚ ਲੈ ਲਿਆ ਹੈ, ਨਹੀਂ ਤਾਂ ਮੈਨੂੰ ਪੜ੍ਹਨ ਲਿਖਣ ਦਾ ਕੋਈ ਸ਼ੌਂਕ ਨਹੀਂ ਹੈ। ਉਹ ਕਹਿ ਕੇ ਮੋਬਾਈਲ ਚਲਾਉਂਦੇ ਹੋਏ ਬਿਸਤਰ ਉੱਤੇ ਲੇਟ ਗਈ ਤੇ ਇੰਨੀ ਦੇਰ ਵਿੱਚ ਮਾਮੀ ਆ ਗਈ ਤੇ ਕਹਿਣ ਲੱਗੀ, ਤੁਸੀਂ ਦੋਵੇਂ ਅਜੇ ਤੱਕ ਜਾਗ ਰਹੀਆਂ ਹੋ, ਚਲੋ ਸੋ ਜਾਓ, ਨਹੀਂ ਤਾਂ ਸਵੇਰੇ ਕਾਲਜ ਦੇ ਲਈ ਲੇਟ ਹੋ ਜਾਓਗੀਆਂ। ਉਹ ਦੁੱਧ ਦੇ ਗਿਲਾਸ ਸਾਡੇ ਦੋਨਾਂ ਦੇ ਲਈ ਟੇਬਲ ਉੱਤੇ ਰੱਖ ਕੇ ਉੱਥੋਂ ਚਲੀ ਗਈ। ਦੁੱਧ ਪੀ ਕੇ ਅਸੀਂ ਦੋਨੋਂ ਵੀ ਸੋ ਗਈਆਂ। ਅੱਧੀ ਰਾਤ ਦੇ ਵਕਤ ਮੈਨੂੰ ਹੌਲੀ ਕਿਸੇ ਦੇ ਬੋਲਣ ਦੀ ਆਵਾਜ਼ ਮੇਰੇ ਕੰਨਾਂ ਵਿੱਚ ਆਈ। ਅਚਾਨਕ ਮੇਰੀ ਅੱਖ ਖੁੱਲੀ ਤਾਂ ਪਾਰੋ ਮੋਬਾਈਲ ਉੱਤੇ ਕਿਸੇ ਦੇ ਨਾਲ ਗੱਪਾਂ ਮਾਰ ਰਹੀ ਸੀ। ਮੈਨੂੰ ਲੱਗਿਆ ਉਸ ਦੀ ਕੋਈ ਕਾਲਜ ਦੀ ਸਹੇਲੀ ਹੋਵੇਗੀ। ਮੈਂ ਚੁੱਪਚਾਪ ਦੂਸਰੀ ਸਾਈਡ ਕਰਵਟ ਲੈ ਕੇ ਲੇਟੀ ਹੋਈ ਸੀ। ਬਚਪਨ ਦੀ ਜਾਸੂਸੀ ਦੀ ਆਦਤ ਤੋਂ ਮਜਬੂਰ ਮੈਂ ਚੁੱਪਚਾਪ ਸੌਣ ਦਾ ਨਾਟਕ ਕਰਕੇ ਪਾਰੋ ਦੀਆਂ ਗੱਲਾਂ ਸੁਣਨ ਲੱਗੀ। ਪਾਰੋ ਕਹਿ ਰਹੀ ਸੀ, ਜਾਨ, ਤੁਸੀਂ ਫਿਰ ਕਦੋਂ ਮਿਲਣ ਆਵੋਗੇ? ਉਦੋਂ ਆਪਾਂ ਦੋਵੇਂ ਸ਼ਾਪਿੰਗ ਦੇ ਲਈ ਜਾਵਾਂਗੇ। ਮੈਨੂੰ ਇਹ ਸਾਰੀਆਂ ਗੱਲਾਂ ਸੁਣ ਕੇ ਝਟਕਾ ਲੱਗਿਆ। ਇਹ ਤਾਂ ਕੋਈ ਮੁੰਡਾ ਹੈ। ਪਾਰੋ ਕਿਸੇ ਮੁੰਡੇ ਨਾਲ ਗੱਲ ਕਰ ਰਹੀ ਹੈ, ਇਹ ਕੋਈ ਸਹੇਲੀ ਨਹੀਂ ਹੈ। ਮੈਂ ਘਬਰਾ ਗਈ। ਮੈਨੂੰ ਤਾਂ ਪਤਾ ਸੀ ਕਿ ਪਾਰੋ ਥੋੜੀ ਚੁਲਬੁਲੀ ਤੇ ਚੰਚਲ ਕੁੜੀ ਹੈ, ਪਰ ਉਹ ਇਸ ਤਰ੍ਹਾਂ ਕਿਸੇ ਮੁੰਡੇ ਨਾਲ ਗੱਲ ਕਿਉਂ ਕਰ ਰਹੀ ਹੈ? ਮੈਨੂੰ ਬਿਲਕੁਲ ਵੀ ਨਹੀਂ ਪਤਾ ਸੀ। ਜਦੋਂ ਸਵੇਰੇ ਅਸੀਂ ਦੋਵੇਂ ਕਾਲਜ ਦੇ ਲਈ ਰੈਡੀ ਹੋ ਕੇ ਮਾਮਾ ਜੀ ਦੀ ਗੱਡੀ ਵਿੱਚ ਬੈਠ ਗਏ, ਰਵਾਨਾ ਹੋਈਆਂ, ਮੈਨੂੰ ਰਾਤ ਤੋਂ ਹੀ ਬੇਚੈਨੀ ਸੀ। ਇਹ ਪਾਰੋ ਆਖਿਰ ਇਹ ਸਭ ਕਿਉਂ ਕਰ ਰਹੀ ਹੈ? ਉਹ ਵੀ ਮਾਮਾ ਮਾਮੀ ਦੇ ਪਿੱਠ ਪਿੱਛੇ। ਮੈਂ ਠਾਣ ਲਿਆ ਸੀ ਕਿ ਅੱਜ ਪਾਰੋ ਦਾ ਸੱਚ ਪਤਾ ਕਰਕੇ ਹੀ ਰਹਾਂਗੀ। ਪਾਰੋ ਮੇਰੇ ਤੋਂ 1 ਸਾਲ ਛੋਟੀ ਸੀ। ਮੈਂ BA ਸੈਕੰਡ ਈਅਰ ਵਿੱਚ ਤੇ ਉਹ ਫਸਟ ਈਅਰ ਵਿੱਚ ਸੀ। ਮੈਂ ਕੰਟੀਨ ਵਿੱਚ ਬੈਠੀ ਇਹੀ ਸੋਚ ਰਹੀ ਸੀ। ਇੰਨੇ ਵਿੱਚ ਪਾਰੋ ਦੀ ਆਹਟ ਨਾਲ ਮੈਂ ਚੌਂਕ ਗਈ। ਕੀ ਹੋਇਆ? ਡਰ ਕਿਉਂ ਗਈ? मैं कोई भूत थोड़ी हाँ
ਉਹ ਕਹਿਣ ਲੱਗੀ, ਚੰਗਾ ਗੱਲ ਸੁਣ ਸੋਹਣੀਆ, ਤੂੰ ਅੱਜ ਇਕੱਲੀ ਹੀ ਘਰ ਚਲੀ ਜਾਵੀਂ। ਮੈਨੂੰ ਥੋੜਾ ਜਿਹਾ ਕੰਮ ਹੈ ਤੇ ਮੈਂ ਕੰਮ ਲਈ ਉਸ ਦੋਸਤ ਦੇ ਘਰ ਜਾਣਾ ਹੈ। ਮੈਨੂੰ ਘਰ ਆਉਣ ਲਈ ਥੋੜੀ ਜਿਹੀ ਦੇਰ ਹੋ ਜਾਵੇਗੀ। ਮੰਮੀ ਨੂੰ ਦੱਸ ਦੇਵੀਂ, ਮੈਂ ਸ਼ਾਮ ਤੱਕ ਘਰ ਵਾਪਸ ਆ ਜਾਵਾਂਗੀ। ਇਹ ਗੱਲ ਕਹਿ ਕੇ ਉਹ ਚਲੀ ਗਈ। ਮੈਂ ਉਸ ਨੂੰ ਆਵਾਜ਼ ਲਗਾਉਂਦੀ ਰਹੀ ਕਿ ਸੁਣ ਪਾਰੋ, ਮੇਰੀ ਗੱਲ ਤਾਂ ਸੁਣੋ। ਮੈਂ ਉਸ ਨੂੰ ਪੁਕਾਰਦੀ ਰਹੀ ਤੇ ਉਹ ਉੱਥੋਂ ਚਲੀ ਗਈ। ਮੈਂ ਸੋਚ ਵਿੱਚ ਪੈ ਗਈ ਕਿ ਜ਼ਰੂਰ ਪਾਰੋ ਕੁਝ ਤਾਂ ਗਲਤ ਕਰ ਰਹੀ ਹੈ। ਮੈਨੂੰ ਉਸ ਨੂੰ ਰੋਕਣਾ ਹੋਵੇਗਾ, ਕਿਤੇ ਉਹ ਨਾ ਸਮਝੀ ਵਿੱਚ ਕੋਈ ਗਲਤ ਕਦਮ ਨਾ ਉਠਾ ਲਵੇ। ਕਿ ਮੈਂ ਮਾਮਾ ਮਾਮੀ ਨਾਲ ਇਸ ਬਾਰੇ ਕੋਈ ਗੱਲ ਕਰਾਂ? ਨਹੀਂ ਨਹੀਂ, ਹਜੇ ਨਹੀਂ। ਪਹਿਲਾਂ ਪਾਰੋ ਨਾਲ ਹੀ ਇਸ ਬਾਰੇ ਗੱਲ ਕਰਦੀ ਹਾਂ। ਕਿਤੇ ਮੈਂ ਜਲਦਬਾਜ਼ੀ ਵਿੱਚ ਉਸ ਵਿਚਾਰੀ ਉੱਤੇ ਕੋਈ ਇਲਜ਼ਾਮ ਲਗਾ ਕੇ ਉਸ ਨੂੰ ਬਦਨਾਮ ਨਾ ਕਰ ਦੇਵਾਂ। ਮੈਂ ਇਹ ਸੋਚ ਕੇ ਗੱਲ ਨੂੰ ਨਜ਼ਰਅੰਦਾਜ਼ ਕਰ ਗਈ। ਮੈਂ ਘਰ ਪਹੁੰਚ ਕੇ ਮਾਮੀ ਨੂੰ ਪਾਰੋ ਦਾ ਕਿਹਾ ਕਿ ਉਹ ਅੱਜ ਦੇਰ ਨਾਲ ਘਰ ਵਾਪਸ ਆਵੇਗੀ। ਉਸ ਨੂੰ ਆਪਣੀ ਸਹੇਲੀ ਦੇ ਘਰ ਕੁਝ ਕੰਮ ਹੈ ਤੇ ਮੈਂ ਖਾਣਾ ਖਾ ਕੇ ਆਪਣੇ ਕਮਰੇ ਵਿੱਚ ਚਲੀ ਗਈ। ਸ਼ਾਮ ਦੇ 5 ਵਜ ਰਹੇ ਸੀ। ਪਾਰੋ ਅਜੇ ਤੱਕ ਘਰ ਵਾਪਸ ਨਹੀਂ ਆਈ ਸੀ। ਮੈਨੂੰ ਉਸ ਦੀ ਫਿਕਰ ਹੋਣ ਲੱਗੀ। ਇੰਨੀ ਦੇਰ ਵਿੱਚ ਕਮਰੇ ਵਿੱਚ ਪਾਰੋ ਦੀ ਆਵਾਜ਼ ਆਈ, ਯਾਰ ਮੈਂ ਬਹੁਤ ਥੱਕ ਗਈ ਹਾਂ, ਕਿ ਤੂੰ ਮੇਰੇ ਲਈ ਇੱਕ ਕੱਪ ਚਾਹ ਬਣਾ ਦੇਵੇਂਗੀ? ਉਹ ਬਹੁਤ ਥੱਕੀ ਹੋਈ ਲੱਗ ਰਹੀ ਸੀ। ਮੈਂ ਪੁੱਛਿਆ, ਤੂੰ ਕਿੱਥੋਂ ਆ ਰਹੀ ਹੈ ਪਾਰੋ? ਉਹ ਮੈਨੂੰ ਘੂਰਨ ਲੱਗੀ ਤੇ ਬੋਲੀ, ਯਾਰ ਕੀ ਹੋ ਗਿਆ ਤੈਨੂੰ? ਤੂੰ ਫਿਰ ਤੋਂ ਮੇਰੀ ਮੰਮੀ ਬਣ ਗਈ ਹੈ। ਤੂੰ ਤਾਂ ਐਵੇਂ ਪੁੱਛ ਰਹੀ ਹੈ। ਮੈਂ ਆਪਣੇ ਦੋਸਤ ਦੇ ਨਾਲ ਸ਼ਾਪਿੰਗ ਦੇ ਲਈ ਗਈ ਸੀ। ਮੈਨੂੰ ਉਸ ਦੀ ਰਾਤ ਵਾਲੀ ਸ਼ਾਪਿੰਗ ਦੀ ਗੱਲ ਯਾਦ ਆ ਗਈ। ਮੈਂ ਕਿਹਾ, ਕਿਹੜੀ ਦੋਸਤ? ਉਹ ਦੋਸਤ ਕੋਈ ਕੁੜੀ ਹੈ ਜਾਂ ਮੁੰਡਾ? ਮੈਂ ਉਸ ਨੂੰ ਸਵਾਲ ਕਰਦੇ ਹੋਏ ਪੁੱਛਿਆ। ਉਹ ਜ਼ੋਰ-ਜ਼ੋਰ ਦੀ ਹੱਸਣ ਲੱਗੀ ਤੇ ਕਹਿਣ ਲੱਗੀ, ਅੱਛਾ ਤੂੰ ਰਾਤ ਨੂੰ ਮੇਰੀ ਤੇ ਲਵ ਦੀਆਂ ਗੱਲਾਂ ਸੁਣ ਰਹੀ ਸੀ? ਮੈਂ ਉਸ ਨੂੰ ਦੇਖ ਕੇ ਬਹੁਤ ਹੈਰਾਨ ਸੀ ਤੇ ਪੁੱਛਿਆ, ਇਹ ਲਵ ਕੌਣ ਹੈ? ਇਹ ਮਾਮਾ ਤੇ ਮਾਮੀ ਜਾਣਦੇ ਨੇ ਲਵ ਦੇ ਬਾਰੇ ਵਿੱਚ? ਉਹ ਹੱਸ ਕੇ ਕਹਿਣ ਲੱਗੀ ਕਿ ਨਹੀਂ ਨਹੀਂ, ਅਜੇ ਤੱਕ ਤਾਂ ਨਹੀਂ ਜਾਣਦੇ, ਪਰ ਕੁਝ ਦਿਨਾਂ ਤੱਕ ਜਾਣ ਜਾਣਗੇ। ਮੈਂ ਕਿਹਾ ਕਿ ਕੀ ਮਤਲਬ ਹੈ ਤੇਰਾ? ਤਾਂ ਉਹ ਕਹਿਣ ਲੱਗੀ, ਯਾਰ ਤੂੰ ਤਾਂ ਮੇਰੀ ਇੰਨੀ ਫਿਕਰ ਕਰ ਰਹੀ ਹੈ। ਲਵ ਕੋਈ ਐਸਾ ਵੈਸਾ ਮੁੰਡਾ ਨਹੀਂ ਹੈ, ਉਹ ਬਹੁਤ ਚੰਗਾ ਹੈ। ਮੈਂ ਜਲਦ ਹੀ ਮੰਮੀ ਪਾਪਾ ਨਾਲ ਉਸ ਦੇ ਬਾਰੇ ਗੱਲ ਕਰਾਂਗੀ ਤੇ ਮੈਨੂੰ ਯਕੀਨ ਹੈ ਉਹ ਵੀ ਲਵ ਦੇ ਰਿਸ਼ਤੇ ਲਈ ਕਦੇ ਮਨਾ ਨਹੀਂ ਕਰਨਗੇ। ਆਖਿਰ ਫਿਰ ਮੈਂ ਉਹਨਾਂ ਦੀ ਇਕਲੌਤੀ ਤੇ ਲਾਡਲੀ ਔਲਾਦ ਹਾਂ। ਉਹ ਮੈਨੂੰ ਕਹਿਣ ਲੱਗੀ ਕਿ ਮੰਮੀ ਪਾਪਾ ਨੇ ਮੇਰੀ ਕਦੇ ਕੋਈ ਗੱਲ ਨਹੀਂ ਟਾਲੀ ਹੈ, ਫਿਰ ਇਸ ਗੱਲ ਨੂੰ ਕਿਵੇਂ ਟਾਲ ਸਕਦੇ ਨੇ? ਹਾਲਾਂਕਿ ਮੈਂ ਜਾਣਦੀ ਸੀ ਕਿ ਸਾਡੇ ਪਿੰਡ ਦੇ ਮਾਹੌਲ ਤੇ ਇੱਥੇ ਸ਼ਹਿਰ ਦੇ ਲੋਕਾਂ ਵਿੱਚ ਬਹੁਤ ਫਰਕ ਹੈ। ਇੱਥੋਂ ਦੇ ਲੋਕਾਂ ਵਿੱਚ ਪਸੰਦ ਦਾ ਵਿਆਹ ਆਮ ਜਿਹੀ ਗੱਲ ਹੈ, ਜਦਕਿ ਸਾਡੇ ਪਿੰਡ ਦੇ ਲੋਕ ਬਹੁਤ ਮਾਸੂਮ ਤੇ ਛੋਟੀ ਸੋਚ ਦੇ ਹੁੰਦੇ ਨੇ। ਉਹ ਮੁੰਡੇ ਤੇ ਕੁੜੀ ਦੀ ਦੋਸਤੀ ਤਾਂ ਦੂਰ, ਉਹਨਾਂ ਦੀ ਇੱਕ ਦੂਜੇ ਨਾਲ ਗੱਲ ਕਰਨ ਨੂੰ ਬਹੁਤ ਗਲਤ ਸਮਝਦੇ ਨੇ। ਸ਼ਾਇਦ ਮੈਂ ਐਵੇਂ ਹੀ ਪਾਰੋ ਨੂੰ ਬੇਵਜ੍ਹਾ ਗਲਤ ਸਮਝ ਰਹੀ ਹਾਂ। ਸ਼ਾਇਦ ਮੇਰਾ ਸਬੰਧ ਪਿੰਡ ਨਾਲ ਹੈ, ਇਸ ਲਈ ਮੈਨੂੰ ਪਾਰੋ ਤੇ ਲਵ ਦੀ ਦੋਸਤੀ ਉੱਤੇ ਹੈਰਾਨੀ ਹੋਈ। ਫਿਲਹਾਲ ਦਿਨ ਐਵੇਂ ਹੀ ਗੁਜ਼ਰ ਰਹੇ ਸੀ, ਪਰ ਮੇਰਾ ਦਿਲ ਨਾ ਜਾਣੇ ਕਿਉਂ ਪਾਰੋ ਦੇ ਲਈ ਬਹੁਤ ਫਿਕਰਮੰਦ ਸੀ। ਜਦ ਕਿ ਉਹ ਤਾਂ ਹੁਣ ਮੈਨੂੰ ਲਵ ਨਾਲ ਜੁੜੀ ਹਰ ਗੱਲ ਦੱਸਣ ਲੱਗੀ ਸੀ। ਉਸ ਦੀ ਦੋਸਤੀ ਲਵ ਨਾਲ ਬਹੁਤ ਜ਼ਿਆਦਾ ਵੱਧ ਰਹੀ ਸੀ। ਉਸ ਨੂੰ ਲੁਕ ਕੇ ਮਿਲਣਾ, ਰਾਤ ਭਰ ਉਸ ਨਾਲ ਫੋਨ ਉੱਤੇ ਗੱਲਾਂ ਕਰਨਾ। ਮੈਨੂੰ ਹਰ ਪਲ ਬਸ ਇਹ ਫਿਕਰ ਲੱਗੀ ਰਹਿੰਦੀ ਸੀ ਕਿ ਮਾਮਾ ਮਾਮੀ ਨੇ ਜੇ ਇਸ ਰਿਸ਼ਤੇ ਦੇ ਲਈ ਇਨਕਾਰ ਕਰ ਦਿੱਤਾ ਤਾਂ ਪਾਰੋ ਦਾ ਕੀ ਹੋਵੇਗਾ? ਨਹੀਂ ਨਹੀਂ, ਅਜਿਹਾ ਨਹੀਂ ਹੋ ਸਕਦਾ। ਪਾਰੋ ਲਵ ਦੇ ਲਈ دیਵਾਨੀ ਹੋ ਗਈ ਹੈ। ਉਹ ਕੋਈ ਗਲਤ ਕਦਮ ਨਾ ਉਠਾ ਲਵੇ। 1 ਸਾਲ ਗੁਜ਼ਰ ਚੁੱਕਾ ਸੀ। ਮਾਮਾ ਮਾਮੀ ਬਹੁਤ ਮਾਇੂਸ ਸੀ। ਮੈਂ ਛੁੱਟੀਆਂ ਵਿੱਚ ਆਪਣੇ ਪਿੰਡ ਆਪਣੇ ਮਾਤਾ ਪਿਤਾ ਦੇ ਕੋਲ ਜਾ ਰਹੀ ਸੀ, ਪਰ ਉਸੇ 1 ਸਾਲ ਵਿੱਚ ਮਾਮਾ ਮਾਮੀ ਤੇ ਪਾਰੋ ਦੇ ਨਾਲ ਜੋ ਹਾਲਾਤ ਗੁਜ਼ਰੇ, ਮੈਨੂੰ ਉਸ ਉੱਤੇ ਬੇਹੱਦ ਅਫਸੋਸ ਸੀ। ਮਾਮਾ ਮਾਮੀ ਦਾ ਲਗਾਅ ਪਾਰੋ ਦੇ ਜਾਣ ਤੋਂ ਬਾਅਦ ਮੇਰੇ ਨਾਲ ਬਹੁਤ ਵੱਧ ਗਿਆ ਸੀ, ਪਰ ਮੈਂ ਵੀ ਮਜਬੂਰ ਸੀ। ਕਾਲਜ ਦੀਆਂ ਛੁੱਟੀਆਂ ਚੱਲ ਰਹੀਆਂ ਸੀ ਤੇ ਮੇਰੀ ਮਾਂ ਦੀ ਪਿੰਡ ਵਿੱਚ ਤਬੀਅਤ ਬਹੁਤ ਖਰਾਬ ਹੋ ਗਈ ਸੀ। ਮੈਨੂੰ ਜਾਣਾ ਪਿਆ। ਸਟੇਸ਼ਨ ਉੱਤੇ ਮਾਮਾ ਮੈਨੂੰ ਸਮਾਨ ਦੇ ਨਾਲ ਟ੍ਰੇਨ ਵਿੱਚ ਬਿਠਾਉਂਦੇ ਹੋਏ ਰੋਣ ਲੱਗੇ। ਉਹ ਬਹੁਤ ਮਾਇੂਸ ਨਜ਼ਰ ਆ ਰਹੇ ਸੀ ਕਿ ਪਾਰੋ ਦੇ ਬਾਅਦ ਤੂੰ ਹੀ ਮੇਰੇ ਲਈ ਤੇ ਪਾਰੋ ਦੀ ਮੰਮੀ ਦੇ ਲਈ ਬੇਟੀ ਵਰਗੀ ਸੀ, ਤੇ ਹੁਣ ਤੂੰ ਵੀ ਜਾ ਰਹੀ ਹੈ। ਚਲੋ ਠੀਕ ਹੈ, ਧਿਆਨ ਨਾਲ ਜਾਣਾ, ਮੈਂ ਵੀ ਤੇਰੇ ਨਾਲ ਚੱਲਦਾ। ਪਰ ਤੂੰ ਤਾਂ ਜਾਣਦੀ ਹੈ ਤੇਰੀ ਮਾਮੀ ਇੱਕ ਮਾਂ ਹੋਣ ਦੇ ਨਾਤੇ ਪਾਰੋ ਦੇ ਜਾਣ ਤੋਂ ਬਾਅਦ ਬਹੁਤ ਇਕੱਲੀ ਹੋ ਗਈ।
मैं इत्थे उस नूं इकल्ला नहीं छड्ड सकदा। अपनी माँ ते पिता जी नूं मेरा नमस्ते कहीं ते अपना ख्याल रखना। ते फिर वो चले गए। कुछ देर बाद ट्रेन चल पई। मैं सारे रस्ते पारो दे ख्यालों विच गुम सी। मैनूं भी काफ़ी सदमा लग्या सी कि पारो ने जो कीता वो सचमुच असीं कदे अपने दिमाग विच नहीं सोचिया सी। मैं पिंड पहुंच चुकी सी। मैं अपने घर वापस आके बहुत खुश सी। मेरे माता पिता मैनूं देख के बहुत खुश होए। मेरी माँ की तबीयत तां समझो मेरे आउण नाल ही बिल्कुल ठीक हो चुकी सी। माँ नूं भी पारो दे बारे विच जान के बहुत अफसोस होया। मैनूं आराम की सख्त जरूरत सी। मैं अपने कमरे विच आराम करन दे लई लेट गई। मैं हुण तक पारो दे सदमे तो बाहर नहीं आई सी। मैनूं नहीं पता सी पिंड आके मेरे सिर उत्ते बहुत ही जल्द आसमान टुट पवेगा। इत्थे तां शहर तो भी बहुत ही अलग माहौल सी। औरतां तां परदे विच रहना, औरतां उत्ते जुलम, सितम ते नीवीं जात, उच्ची जात, यही सब बहुत रिवायती ते मामूली समझिया जांदा सी। मैं उठ के नाश्ता करन दे लई माँ दे कोल जा रही सी। सानूं सवेरे ही उठण दी आदत सी। विहड़े विच मेरी मासी राज जो साडे गुआंढ विच ही रहा करदी सी, वो माँ नूं कुछ अजिहा कह रही सी कि साडे पिंड दा सरपंच वो 80 साल दा खड़ूस बुढ़ा अपनी बेटी दी उम्र दी कुड़ी नाल विआह करके किसी कुड़ी नूं अपने घर ले आया। उही आदत तो मजबूर मैं जासूसी करन लई ਕੰਨ लगा के उन्हां दी गल्लां सुनन लगी। वो माँ नूं कह रही सी कि सुनिया सी वो बुढ़ा बांझ है, इसलिए हुण तक उसने विआह नहीं कीता, पर सुनिया है उसकी पत्नी तो हुण गर्भवती भी है। इन्नी देर विच मेरी माँ ने मैनूं आवाज़ लगाई कि सोनिया देख कौन आया है, इत्थे आ, राज मासी आई है इनू मिलन दे लई। मैं फौरन भज के चली आई। राज मासी मैनूं देख के कहन लगी मेरी बच्ची किन्नी वड्डी हो गई है ते प्यारी भी। वो मेरे सिर उत्ते प्यार नाल हथ फेरदे होए बोली, होर सुना बेटी, शहर विच सब ठीक है? मामा मामी? मैं कहा हाँ जी सब लोग ठीक ने। मासी होर तुसी सुनाओ तुहाडी तबीयत तां ठीक है? वो कहन लगी हाँ बेटा साडा तां बुढ़ापा है, तबीयत तां एवें ही रहिंदी है, हुण मैं ठीक हाँ। उन्हां दे जाण तो बाद मैं नाश्ता करदे होए माँ नूं पुछण लगी, माँ मासी की कह रही सी उस बुढ़े सरपंच दे बारे? वो बांझ है, उसने विआह कर लिया, उसकी पत्नी गर्भवती, ये सब की चल रहा है? माँ ने मैनूं झिड़किया ते कहन लगी तू आउंदे ही जासूसी करन विच लग गई। खबरदार जे तू कुछ कीता इस मामले तो दूर रह। कुछ दिनों के लिए आई हैं, अपने काम नाल काम रख। पर मैनूं उसकी गल समझ नहीं आ रही सी। फिलहाल मैनूं खेत देखे हुए काफ़ी दिन हो गए सी। मैं खेतां दी सैर दे लई चादर लपेट के घर तो निकली। मैनूं बहुत वक्त तो बाद खेतां दी सैर करना बहुत चंगा लग रहा सी। हर तरफ हरियाली ही हरियाली सी। पिंड दीआं औरतां जो खूह तो पानी भरन लगियां सी आपस विच उही गल्लां कर रहीआं सी जो राज मासी साडे घर आके मां नूं दस रही सी। मैं फिर तो ਕੰਨ लगा के होर जांच पड़ताल शुरू कर दी तां औरतां ने दस्सिया उही बुढ़ा सरपंच सुनिया है घट उम्र की कुड़ी नूं विआह करके ले आया है ते वो लड़की गर्भवती है। पर समझ नहीं आ रहा सारी उम्र कुआरा रहा बांझ होने के बावजूद भी ते हुण उस नूं बुढ़ापे विच अजिही किहड़ी जवानी सुझी है, वो किवें घट उम्र की कुड़ी नूं विआह के ले आया है। होर तां होर वो कुड़ी गर्भवती भी है। रब जाने ਇਹ ਅਮੀਰ ਲੋਕ ਤੇ ਵੱਡੇ ਆਦਮੀ ਨੇ। ਪਿੰਡ ਵਿੱਚ ਹਰ ਜਗ੍ਹਾ ਇਹਨਾਂ ਦਾ ਰਾਜ ਹੈ। ਸਾਡੇ ਛੋਟੇ ਲੋਕਾਂ ਦੀ ਕੀ ਮਜਾਲ ਜੋ ਇਹਨਾਂ ਦੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰੇ। ਆਖਿਰ ਉਹ ਖੜੂਸ ਬੁੱਢਾ ਪਿੰਡ ਦਾ ਸਰਪੰਚ ਜੋ ਠਹਿਰਿਆ ਉਹ ਤਾਂ ਕੁਝ ਵੀ ਕਰ ਸਕਦਾ ਹੈ ਤੇ ਕੀ ਪਤਾ ਦੌਲਤ ਦੇ ਲਾਲਚ ਵਿੱਚ ਆ ਕੇ ਉਸ ਕੁੜੀ ਨੇ ਵੀ ਉਸ ਨਾਲ ਵਿਆਹ ਕਰਾ ਲਿਆ ਹੋਵੇ। ਇਹ ਸਭ ਸੁਣ ਕੇ ਮੈਨੂੰ ਬਹੁਤ ਹੈਰਾਨੀ ਹੋਣ ਲੱਗੀ ਤੇ ਮੇਰੀ ਜਾਸੂਸੀ ਦੀ ਆਦਤ ਜੋ ਸੀ मेरे दिमाग में हज़ारां सवाल उलझन लगे सी। नहीं कुछ तो जरूर है, कुछ तो राज है। एवें अचानक पिंड विच ही सब एवें तो कदे नहीं होया। मैं अपने कमरे में इधर उधर टहल रही सी ते सब सोच रही सी कि वो सरपंच तो है, दौलतमंद भी है, पर किवें इन्नी घट उम्र की कुड़ी नाल विआह, वो भी एवें अचानक, क्योंकि बचपन तो पिंड विच ही यही मशहूर सी कि वो बुढ़ा बांझ है, इसलिए सारी उम्र
ਉਸਨੇ ਵਿਆਹ ਨਹੀਂ ਕੀਤਾ ਤੇ ਅੱਜ ਅਚਾਨਕ ਵਿਆਹ ਲਈ, ਉਹ ਵੀ 80 ਸਾਲ ਦੇ ਬੁਢਾਪੇ ਵਿੱਚ, ਤੇ ਉਹ ਵੀ ਘੱਟ ਇੰਨੀ ਉਮਰ ਦੀ ਕੁੜੀ। ਤੇ ਚਲੋ ਇੱਕ ਪਲ ਦੇ ਲਈ ਮੰਨ ਵੀ ਲਿਆ। ਉਸ ਕੁੜੀ ਨੇ ਦੌਲਤ ਦੇ ਲਾਲਚ ਵਿੱਚ ਵਿਆਹ ਕਰ ਵੀ ਲਿਆ, ਪਰ ਉਹ ਗਰਭਵਤੀ ਕਿਵੇਂ ਹੋ ਗਈ? ਉਹ ਬੁੱਢਾ ਤਾਂ ਬਾਂਝ ਸੀ। ਮੈਂ ਆਪਣੇ ਆਪ ਨਾਲ ਗੱਲਾਂ ਕਰਨ ਲੱਗੀ ਤੇ ਮਨ ਹੀ ਮਨ ਸਵਾਲਾਂ ਦੇ ਜਵਾਬ ਲੱਭ ਰਹੀ ਸੀ, ਪਰ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਕੋਈ ਤਾਂ ਮਾਮਲਾ ਹੈ, ਮੈਨੂੰ ਉਸ ਦੀ ਤਹਿ ਤੱਕ ਜ਼ਰੂਰ ਜਾਣਾ ਹੀ ਹੋਵੇਗਾ। ਕਿਤੇ ਉਹ ਕੁੜੀ ਕਿਸੇ ਮੁਸ਼ਕਲ ਵਿੱਚ ਤਾਂ ਨਹੀਂ, ਕਿਤੇ ਉਸ ਬੁੱਢੇ ਨੇ ਜ਼ਬਰਦਸਤੀ ਉਸ ਦੇ ਨਾਲ। ਨਹੀਂ ਨਹੀਂ, ਮੈਂ ਨਹੀਂ ਹੋਣ ਦੇਵਾਂਗੀ। ਮੈਨੂੰ ਸਾਰਾ ਸੱਚ ਜਾਣਨਾ ਹੋਵੇਗਾ। ਪਿੰਡ ਵਿੱਚ ਇਹ ਸਭ ਕੀ ਚੱਲ ਰਿਹਾ ਹੈ? ਮੇਰੇ ਦਿਲ ਤੇ ਦਿਮਾਗ ਵਿੱਚ ਇੱਕ ਹਲਚਲ ਮੱਚੀ ਹੋਈ ਸੀ ਤੇ ਨਾਲ ਨਾਲ ਪਿੰਡ ਵਿੱਚ ਹਰ ਕੋਈ ਉਸ 80 ਸਾਲ ਦੇ ਬੁੱਢੇ ਤੇ ਉਸ ਦੇ ਵਿਆਹ ਦੀਆਂ ਗੱਲਾਂ ਅੱਗ ਦੀ ਤਰ੍ਹਾਂ ਪਿੰਡ ਵਿੱਚ ਫੈਲ ਰਹੀਆਂ ਸੀ। ਹਰ ਤਰਫ ਉਸ ਸਰਪੰਚ ਦੇ ਵਿਆਹ ਦੇ ਚਰਚੇ ਸੁਣਾਈ ਦੇ ਰਹੇ ਸੀ। ਇੱਕ ਦਿਨ ਮੈਂ ਆਪਣੀ ਮਾਂ ਨੂੰ ਫਿਰ ਤੋਂ ਕੁਝ ਪੁੱਛਣਾ ਚਾਹਿਆ ਕਿ ਮਾਂ, ਇਹ ਸਭ ਕੁਝ ਸੱਚਮੁੱਚ ਸੱਚ ਹੈ? ਉਹ ਸਰਪੰਚ 80 ਸਾਲ ਦਾ ਬੁੱਢਾ ਤੇ ਉਸ ਦਾ ਵਿਆਹ। ਮਾਂ ਨੇ ਹੈਰਾਨਗੀ ਨਾਲ ਕਿਹਾ, ਹਾਂ ਸੱਚ ਤਾਂ ਹੈ, ਸ਼ਾਇਦ ਸੁਣਿਆ ਤਾਂ ਇਹੀ ਸਭ ਹੈ, ਪਰ ਤੂੰ ਕਿਉਂ ਪੁੱਛ ਰਹੀ ਹੈ? ਉਹ ਗੁੱਸੇ ਵਿੱਚ ਲਾਲ ਪੀਲੀ ਹੋਣ ਲੱਗੀ। ਖਬਰਦਾਰ, ਤੈਨੂੰ ਸਮਝ ਨਹੀਂ ਆਉਂਦੀ। ਤੈਨੂੰ ਪਹਿਲਾਂ ਵੀ ਸਮਝਾਇਆ ਸੀ ਮੈਂ, ਪਰ ਤੂੰ ਤਾਂ ਇਸ ਮਾਮਲੇ ਦੇ ਪਿੱਛੇ ਹੀ ਪੈ ਗਈ ਹੈ। ਮੈਂ ਕਿਹਾ, ਚੰਗਾ ਮਾਂ, ਬਸ ਬਸ, ਇੰਨਾ ਗੁੱਸਾ ਤਾਂ ਨਾ ਕਰੋ। ਮੈਂ ਤਾਂ ਬਸ ਐਵੇਂ ਹੀ ਪੁੱਛ ਰਹੀ ਸੀ, ਭਲਾ ਮੇਰਾ ਇਹਨਾਂ ਸਭ ਨਾਲ ਕੀ ਵਾਸਤਾ? ਮੈਂ ਆਪਣੀ ਮਾਂ ਨੂੰ ਤਸੱਲੀ ਦਿੰਦੇ ਹੋਏ ਕਿਹਾ। ਮੈਂ ਖਾਣਾ ਖਾ ਕੇ ਆਪਣੇ ਕਮਰੇ ਵਿੱਚ ਚੁੱਪਚਾਪ ਚਲੀ ਗਈ। ਅਗਲੇ ਹੀ ਦਿਨ ਸਵੇਰੇ ਫਿਰ ਤੋਂ ਰਾਜ ਮਾਸੀ ਕੁਝ ਗੱਲਾਂ ਕਰ ਰਹੀ ਸੀ। ਮੈਂ ਲੁੱਕ ਕੇ ਉਹਨਾਂ ਦੀਆਂ ਗੱਲਾਂ ਸੁਣੀਆਂ ਤੇ ਮੇਰਾ ਸ਼ੱਕ ਯਕੀਨ ਵਿੱਚ ਬਦਲ ਗਿਆ। ਉਹ ਕਹਿ ਰਹੀ ਸੀ, ਉਹ ਬੁੱਢਾ ਖੜੂਸ ਬਹੁਤ ਸਖਤ ਦਿਲ ਹੈ। ਉਸਨੇ ਆਪਣੀ ਪਤਨੀ ਨੂੰ ਆਪਣੀ ਹਵੇਲੀ ਵਿੱਚ ਨਹੀਂ, ਬਲਕਿ ਕਿਤੇ ਜਾਨਵਰਾਂ ਦੇ ਵਾੜੇ ਵਿੱਚ ਰੱਖਿਆ ਹੋਇਆ ਹੈ। ਮੈਨੂੰ ਇਹ ਸਭ ਸੁਣ ਕੇ ਬਹੁਤ ਹੈਰਾਨੀ ਹੋਈ। ਤੁਸੀਂ ਇਹ ਕੀ ਨਵੀਂ ਖਬਰ ਲੈ ਕੇ ਆਏ ਹੋ? ਮਾਸੀ ਨੂੰ ਮਾਂ ਨੇ ਕਿਹਾ। ਪਰ ਇਹ ਸਭ ਤੁਹਾਨੂੰ ਕਿਵੇਂ ਪਤਾ? ਉਹ ਕਹਿਣ ਲੱਗੀ, ਉਹ ਰਾਣੋ ਹੈ ਨਾ, ਜੋ ਸਰਪੰਚ ਦੀ ਹਵੇਲੀ ਵਿੱਚ ਕੰਮ ਕਰਨ ਜਾਂਦੀ ਹੈ, ਤੇ ਉਹੀ ਦੱਸ ਰਹੀ ਸੀ। ਬਸ ਇਹ ਸਭ ਸੁਣ ਕੇ ਹੁਣ ਤਾਂ ਮੈਨੂੰ ਉਸ ਰਾਣੋ ਨਾਲ ਹੀ ਮੁਲਾਕਾਤ ਕਰਨੀ ਸੀ। ਮੈਂ ਠਾਣ ਲਿਆ ਸੀ ਕਿ ਮੈਂ ਉਸ ਕੁੜੀ ਦੀ ਮਦਦ ਜ਼ਰੂਰ ਕਰਾਂਗੀ। ਸ਼ਾਇਦ ਉਹ ਕਿਸੇ ਮੁਸ਼ਕਿਲ ਵਿੱਚ ਹੋਵੇ। ਭਲਾ ਇਸ ਤਰ੍ਹਾਂ ਕੌਣ ਆਪਣੀ ਪਤਨੀ ਨੂੰ ਜਾਨਵਰ ਵਿੱਚ ਰੱਖਦਾ ਹੈ? ਉਹ ਬੁੱਢਾ ਖੜੂਸ ਸਰਪੰਚ ਹੈ ਤਾਂ ਕੀ ਮਤਲਬ ਔਰਤਾਂ ਉੱਤੇ ਜ਼ੁਲਮ ਕਰੇਗਾ? ਇਹ ਸਭ ਨਹੀਂ ਹੋਣ ਦੇਵਾਂਗੀ। ਮੈਂ ਮਾਂ ਨੂੰ ਬਿਨਾਂ ਦੱਸੇ ਹੀ ਅਗਲੇ ਦਿਨ ਚੁੱਪ ਕਰਕੇ ਪਹਿਲਾਂ ਰਾਜ ਮਾਸੀ ਦੇ ਘਰ ਗਈ ਤੇ ਕਿਹਾ, ਮਾਸੀ, ਮੈਨੂੰ ਉਸ ਰਾਣੋ ਨਾਲ ਮਿਲਣਾ ਹੈ। ਉਸ ਦਾ ਘਰ ਕਿੱਥੇ ਹੈ? ਉਹ ਕਹਿਣ ਲੱਗੀ, ਭਲਾ ਤੈਨੂੰ ਰਾਣੋ ਨਾਲ ਕੀ ਕੰਮ ਹੈ? ਮੈਂ ਕਿਹਾ, ਉਹ ਕੰਮ ਕਾਜ ਕਰਦੀ ਹੈ ਨਾ। ਮੇਰੀ ਸਹੇਲੀ ਦੀ ਮਾਂ ਬਹੁਤ ਬਿਮਾਰ ਹੈ, ਉਸ ਦੇ ਘਰ ਕੰਮ ਦੇ ਲਈ ਨੌਕਰਾਨੀ ਦੀ ਜ਼ਰੂਰਤ ਹੈ। ਰਾਜ ਮਾਸੀ ਕਹਿਣ ਲੱਗੀ ਕਿ ਰੱਬ ਉਹਨਾਂ ਨੂੰ ਸਿਹਤ ਦੇਵੇ, ਤੇ ਰਾਣੋ ਦਾ ਪਤਾ ਦੱਸਣ ਲੱਗੀ। ਮੈਂ ਭੱਜੀ ਭੱਜੀ ਰਾਣੋ ਦੇ ਘਰ ਪਹੁੰਚੀ ਤੇ ਮੈਂ ਉਸ ਦਾ ਦਰਵਾਜ਼ਾ ਖੜਕਾਇਆ। ਅੰਦਰ ਤੋਂ ਆਵਾਜ਼ ਆਈ, ਕੌਣ? ਤੁਸੀਂ ਕੌਣ ਹੋ? ਮੈਂ ਕਿਹਾ, ਦਰਵਾਜ਼ਾ ਖੋਲੋ, ਮੈਂ ਇੱਕ ਕੰਮ ਦੇ ਲਈ ਆਈ ਹਾਂ ਤੁਹਾਡੇ ਕੋਲ। ਉਸਨੇ ਮੇਰੀ ਆਵਾਜ਼ ਸੁਣ ਕੇ ਦਰਵਾਜ਼ਾ ਖੋਲ੍ਹਿਆ। ਮੈਂ ਕਿਹਾ, ਉਹ ਦਰਅਸਲ ਮੈਨੂੰ ਤੁਹਾਡੇ ਨਾਲ ਕੁਝ ਕੰਮ ਹੈ, ਕੀ ਮੈਂ ਅੰਦਰ ਆ ਸਕਦੀ ਹਾਂ? ਰਾਣੋ ਮੈਨੂੰ ਅੰਦਰ ਲੈ ਗਈ। ਉਹ ਇੱਕ ਚੰਗੀ ਉਮਰ ਦੀ ਸਿਹਤਮੰਦ ਔਰਤ ਸੀ, ਲਗਭਗ 40 ਸਾਲਾਂ ਤੋਂ ਇਸ ਹਵੇਲੀ ਵਿੱਚ ਕੰਮ ਕਰਦੀ ਸੀ। ਮੈਂ ਉਸ ਨੂੰ ਜਿਵੇਂ ਸਰਪੰਚ ਦੇ ਬਾਰੇ ਵਿੱਚ ਪੁੱਛਿਆ, ਉਹ ਘਬਰਾਉਣ ਲੱਗੀ। ਉਸ ਦੇ ਚਿਹਰੇ ਦਾ ਰੰਗ ਉੱਡ ਗਿਆ ਕਿ ਮੈਂ ਸਰਪੰਚ ਦੇ ਬਾਰੇ ਵਿੱਚ ਕੀ ਪੁੱਛਗਿੱਛ ਕਰ ਰਹੀ ਹਾਂ। ਪਰ ਮੇਰੇ ਬਹੁਤ ਕਹਿਣ ਉੱਤੇ ਜਦੋਂ ਉਸਨੇ ਮੈਨੂੰ ਸਾਰੀ ਗੱਲ ਡਿਟੇਲ ਵਿੱਚ ਦੱਸੀ ਤਾਂ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਮੈਂ ਉਸ ਦੀ ਗੱਲ ਸੁਣ ਕੇ ਕੰਬ ਗਈ ਕਿ ਭਲਾ ਉਹ ਇਹ ਸੱਚ ਕਹਿ ਰਹੀ ਹੈ ਜਾਂ ਫਿਰ ਕੁਝ ਹੋਰ ਸੱਚਾਈ ਹੈ। ਉਹ ਕਹਿਣ ਲੱਗੀ, ਮੈਡਮ ਜੀ, ਇੱਕ ਦਿਨ ਉਹ ਵਿਆਹ ਕਰਕੇ ਚੋਰੀ ਛੁਪੇ ਉਸ ਕੁੜੀ ਨੂੰ ਹਵੇਲੀ ਵਿੱਚ ਲੈ ਆਇਆ ਸੀ, ਜਿਸ ਦੀ ਉਮਰ ਲਗਭਗ 18 ਸਾਲ ਹੈ। ਉਹ ਕੁੜੀ ਹਮੇਸ਼ਾ ਚਾਦਰ ਵਿੱਚ ਲਿਪਟੀ ਪਰਦੇ ਵਿੱਚ ਹੀ ਰਹਿੰਦੀ ਸੀ, ਪਰ ਉਹ ਖੜੂਸ ਬੁੱਢਾ ਉਸ ਨੂੰ ਜਿਸ ਦਿਨ ਤੋਂ ਵਿਆਹ ਕਰਕੇ ਲਿਆਇਆ ਤੇ ਉਸ ਨੂੰ ਜਾਨਵਰਾਂ ਦੇ ਵਾੜੇ ਵਿੱਚ ਰੱਖਦਾ ਸੀ। ਹੋਰ ਤਾਂ ਹੋਰ, ਜ਼ੁਲਮ ਦੀ ਹੱਦ ਇਹ ਦੇਖੋ, ਉਹ ਹਵੇਲੀ ਨੂੰ ਵਾਰਸ ਦੇਣ ਦੇ ਲਈ, ਇਸ ਕੁੜੀ ਨੂੰ ਗਰਭਵਤੀ ਕਰਨ ਦੇ ਲਈ ਹਰ ਰਾਤ ਇੱਕ ਨਵੀਂ ਨਸਲ ਦਾ ਘੋੜਾ ਉਸ ਕੁੜੀ ਦੇ ਕੋਲ ਛੱਡ ਆਉਂਦਾ ਹੈ, ਕਿਉਂਕਿ ਉਹ ਖੁਦ ਤਾਂ ਬਾਂਝ ਹੈ ਜੋ ਖਾਨਦਾਨ ਨੂੰ ਵਾਰਿਸ ਨਹੀਂ ਦੇ ਸਕਦਾ। ਤੇ ਅੱਜ ਦੇਖ ਲਓ, ਉਹ ਕੁੜੀ ਦੇਖਦੇ ਹੀ ਦੇਖਦੇ ਗਰਭਵਤੀ ਵੀ ਹੋ ਗਈ। ਇਹ ਸੁਣ ਕੇ ਤਾਂ ਮੈਨੂੰ ਬਹੁਤ ਹੈਰਾਨੀ ਹੋਈ। ਮੇਰਾ ਮੂੰਹ ਖੁੱਲਿਆ ਦਾ ਖੁੱਲਿਆ ਰਹਿ ਗਿਆ।
ਕਿ ਤੂੰ ਇਹ ਸਭ ਕੁਝ ਸੱਚ ਕਹਿ ਰਹੀ ਹੈ? ਮੈਂ ਉਸ ਦੀਆਂ ਗੱਲਾਂ ਨੂੰ ਮੋਬਾਈਲ ਵਿੱਚ ਰਿਕਾਰਡ ਕਰ ਚੁੱਕੀ ਸੀ। ਮੈਂ ਇਹ ਸਭ ਸੁਣ ਕੇ ਉੱਥੋਂ ਚੱਲੀ ਗਈ। ਮੈਨੂੰ ਪੂਰਾ ਯਕੀਨ ਸੀ ਕਿ ਕੁੜੀ ਜ਼ਰੂਰ ਕਿਸੇ ਮੁਸ਼ਕਿਲ ਵਿੱਚ ਹੈ, ਪਰ ਉਸ ਦੇ ਨਾਲ ਇਸ ਬੁੱਢੀ ਦੀ ਕਾਨੂੰਨੀ ਹਰਕਤ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਅਮੀਰ ਲੋਕ ਇੰਨੇ ਵੀ ਗਿਰ ਸਕਦੇ ਨੇ। ਇਹ ਸਾਰੀ ਰਿਕਾਰਡਿੰਗ ਪੁਲਿਸ ਦੇ ਹਵਾਲੇ ਕਰਕੇ ਉਸ ਬੁੱਢੇ ਨੂੰ ਸਲਾਖਾਂ ਦੇ ਪਿੱਛੇ ਕਰਨਾ ਚਾਹੁੰਦੀ ਸੀ, ਪਰ ਮੈਨੂੰ ਕੁਝ ਹੋਰ ਸਬੂਤ ਹਜੇ ਇਕੱਠੇ ਕਰਨੇ ਸੀ। ਮੈਂ ਹਵੇਲੀ ਜਾ ਕੇ ਮੈਂ ਉਸ ਕੁੜੀ ਨੂੰ ਮਿਲਣ ਲਈ ਬਹੁਤ ਕੋਸ਼ਿਸ਼ ਕੀਤੀ, ਪਰ ਮੇਰੀ ਕੋਸ਼ਿਸ਼ ਹਰ ਵਾਰ ਨਾਕਾਮ ਸਾਬਤ ਹੋਈ। ਇੱਕ ਦਿਨ ਰਾਤ ਦੇ ਵਕਤ ਮੈਂ ਛੁਪ ਕੇ ਘਰੋਂ ਨਿਕਲੀ ਤੇ ਹਵੇਲੀ ਦੀ ਤਰਫ ਵਧੀ ਤਾਂ ਮੈਂ ਹੈਰਾਨ ਹੋ ਗਈ। ਉਹ ਬੁੱਢਾ ਸੱਚਮੁੱਚ ਇੱਕ ਘੋੜਾ ਲੈ ਕੇ ਉਸੇ ਵਾੜੇ ਦੀ ਤਰਫ ਜਾ ਰਿਹਾ ਸੀ ਜਿੱਥੇ ਉਸ ਕੁੜੀ ਨੂੰ ਰੱਖਿਆ ਹੋਇਆ ਸੀ। ਹੁਣ ਰੋਜ਼ ਰਾਤ ਨੂੰ ਛੁਪ ਕੇ ਉਸ ਬੁੱਢੇ ਦੀਆਂ तमाम ਹਰਕਤਾਂ ਨੂੰ ਮੈਂ ਕੈਮਰੇ ਵਿੱਚ ਰਿਕਾਰਡ ਕਰਦੀ। ਉਹ ਹਰ ਵਾਰ ਇੱਕ ਨਵੀਂ ਨਸਲ ਦਾ ਘੋੜਾ ਉਸ ਔਰਤ ਦੇ ਕੋਲ ਕਿਉਂ ਲੈ ਜਾਂਦਾ ਸੀ? ਹੁਣ ਤਾਂ ਉਹ ਗਰਭਵਤੀ ਵੀ ਹੋ ਚੁੱਕੀ ਸੀ। ਆਖਿਰ ਇਹ ਸਭ ਕੀ ਚੱਲ ਰਿਹਾ ਸੀ? ਮੈਂ ਜਲਦ ਹੀ ਇਸ ਰਾਜ ਦਾ ਪਰਦਾ ਉਠਾਉਣਾ ਚਾਹੁੰਦੀ ਸੀ। ਹੁਣ ਬਸ ਮੈਨੂੰ ਸਿਰਫ ਉਸ ਕੁੜੀ ਨਾਲ ਮਿਲ ਕੇ ਹੀ ਸਾਰੀ ਕਹਾਣੀ ਜਾਣਨੀ ਸੀ ਕਿ ਕਿਵੇਂ ਉਹ ਗਰਭਵਤੀ ਹੋਈ। ਆਖਿਰ ਉਸ ਦੇ ਨਾਲ ਇਸ ਤਰ੍ਹਾਂ ਹਰ ਰਾਤ ਇੱਕ ਘੋੜੇ ਨੇ ਗੁਜ਼ਾਰੀ ਤੇ ਕਿਉਂ? ਇਸ ਸਰਪੰਚ ਨੇ ਉਸ ਦੀ ਜ਼ਿੰਦਗੀ ਨੂੰ ਤਬਾਹ ਕਰ ਦਿੱਤਾ ਸੀ। ਇੱਕ ਦਿਨ ਮੈਂ ਛੁਪ ਕੇ ਹਵੇਲੀ ਤਰਫ ਗਈ ਤੇ ਮੌਕਾ ਦੇਖ ਕੇ ਮੈਂ ਰਾਣੋ ਦੀ ਮਦਦ ਨਾਲ ਹਵੇਲੀ ਦੇ ਪਿਛਲੇ ਵਾਲੇ ਰਸਤੇ ਦੀ ਤਰਫ ਜਿੱਥੇ ਜਾਨਵਰਾਂ ਦਾ ਵਾੜਾ ਸੀ ਮੈਂ ਉਸ ਵਿੱਚ ਚਲੀ ਗਈ। ਉਸ ਦਿਨ ਬੁੱਢਾ ਸਰਪੰਚ ਕਿਸੇ ਕੰਮ ਦੇ ਲਈ ਪਿੰਡ ਤੋਂ ਬਾਹਰ ਗਿਆ ਹੋਇਆ ਸੀ। ਮੇਰੇ ਕੋਲ ਇਹ ਬਹੁਤ ਚੰਗਾ ਮੌਕਾ ਸੀ। ਹੁਣ ਮੈਂ ਇਸ ਰਾਜ ਤੋਂ ਪਰਦਾ ਉਠਾ ਸਕਦੀ ਸੀ। ਅਜੇ ਮੈਂ ਅੰਦਰ ਕਦਮ ਰੱਖਿਆ ਹੀ ਸੀ, ਉਹ ਲੜਕੀ ਫੌਰਨ ਘਬਰਾ ਗਈ ਤੇ ਮੈਨੂੰ ਦੇਖ ਕੇ ਸ਼ਾਇਦ ਉਹ ਡਰੀ ਤੇ ਸਹਿਮੀ ਹੋਈ ਲੱਗੀ। ਉਸਨੇ ਮੇਰੀ ਆਹਟ ਦੀ ਆਵਾਜ਼ ਸੁਣ ਕੇ ਹੀ ਆਪਣਾ ਚਿਹਰਾ ਛੁਪਾ ਕੇ ਖੁਦ ਨੂੰ ਚਾਦਰ ਵਿੱਚ ਲਪੇਟ ਲਿਆ ਸੀ ਤੇ ਉਹ ਇੱਕ ਕੋਨੇ ਵਿੱਚ ਜਾ ਕੇ ਬੈਠ ਗਈ ਤੇ ਮੇਰੇ ਤੋਂ ਨਜ਼ਰਾਂ ਚੁਰਾਉਣ ਲੱਗੀ, ਪਰ ਮੈਨੂੰ ਉਸ ਦਾ ਚਿਹਰਾ ਠੀਕ ਤਰ੍ਹਾਂ ਨਜ਼ਰ ਨਹੀਂ ਆ ਰਿਹਾ ਸੀ। ਮੈਂ ਤਸੱਲੀ ਭਰੇ ਸ਼ਬਦਾਂ ਨਾਲ ਕਿਹਾ, ਸੁਣੋ, ਤੁਸੀਂ ਘਬਰਾਓ ਨਾ, ਮੈਂ ਤੁਹਾਡੀ ਮਦਦ ਦੇ ਲਈ ਆਈ ਹਾਂ। ਮੈਨੂੰ ਪਤਾ ਹੈ ਤੂੰ ਇਸ ਅਤਿਆਚਾਰ ਵਿੱਚ ਘਿਰੀ ਹੋਈ ਹੈ। ਮੈਨੂੰ ਸਾਰਾ ਸੱਚ ਦੱਸ ਦਿਓ, ਮੈਂ ਤੁਹਾਨੂੰ ਇੱਥੋਂ ਆਜ਼ਾਦ ਕਰ ਸਕਦੀ ਹਾਂ। ਪਰ ਉਹ ਬਹੁਤ ਡਰੀ ਹੋਈ ਤੇ ਸਹਿਮੀ ਹੋਈ ਲੱਗ ਰਹੀ ਸੀ। ਉਹ ਮੈਨੂੰ ਦੇਖ ਕੇ ਕੰਬਣ ਲੱਗੀ ਤੇ ਚੁੱਪਚਾਪ ਬੈਠੀ ਰਹੀ। ਮੈਂ ਸੋਚਿਆ ਐਵੇਂ ਤਾਂ ਹੀ ਸੱਚ ਦੱਸਦੇ ਹੋਏ ਸੰਕੋਚ ਕਰੇਗੀ, ਕਿਉਂ ਨਾ ਮੈਂ ਉਸ ਤੋਂ ਸਾਰੇ ਸਵਾਲਾਂ ਦੇ ਜ਼ਰੀਏ ਜਾਣਕਾਰੀ ਹਾਸਲ ਕਰਾਂ। ਮੈਂ ਛੁਪ ਕੇ ਮੋਬਾਈਲ ਦਾ ਕੈਮਰਾ ਔਨ ਕੀਤਾ। ਫਿਰ ਮੈਂ ਕਿਹਾ ਕਿ ਇਸ ਬੁੱਢੇ ਨੇ ਤੇਰੇ ਨਾਲ ਜ਼ਬਰਦਸਤੀ ਵਿਆਹ ਕਰਿਆ ਹੈ? ਉਸਨੇ ਹਾਂ ਵਿੱਚ ਸਿਰ ਹਿਲਾਇਆ। ਫਿਰ ਮੈਂ ਕਿਹਾ ਕਿ ਤੂੰ ਹੁਣ ਗਰਭਵਤੀ ਹੈ? ਉਸਨੇ ਫਿਰ ਤੋਂ ਹਾਂ ਵਿੱਚ ਸਿਰ ਹਿਲਾਇਆ। ਮੇਰਾ ਅਗਲਾ ਸਵਾਲ ਇਹ ਸੀ ਕਿ ਉਹ ਬੁੱਢਾ ਇੱਕ ਬਾਂਝ ਹੈ? ਉਸਨੇ ਫਿਰ ਤੋਂ ਹਾਂ ਵਿੱਚ ਸਿਰ ਹਿਲਾਇਆ। ਮੈਂ ਕਿਹਾ ਕਿ ਉਹ ਤੈਨੂੰ ਗਰਭਵਤੀ ਕਰਨ ਦੇ ਲਈ ਤੇ ਖਾਨਦਾਨ ਨੂੰ ਵਾਰਿਸ ਦੇਣ ਦੇ ਲਈ ਘੋੜੇ ਲਿਆਉਂਦਾ ਹੈ। ਇਸ ਵਾਰ ਉਸਨੇ ਕੋਈ ਜਵਾਬ ਨਹੀਂ ਦਿੱਤਾ। ਮੈਂ ਫਿਰ ਤੋਂ ਉਹੀ ਸਵਾਲ ਕੀਤਾ। ਉਹ ਫਿਰ ਖਾਮੋਸ਼ ਰਹੀ। ਮੈਂ ਕਿਹਾ ਉਸ ਦੀ ਇਸ ਕਾਨੂੰਨੀ ਹਰਕਤ ਦੀ ਸਜ਼ਾ ਮੈਂ ਉਸ ਨੂੰ ਦਵਾ ਕੇ ਰਹਾਂਗੀ। ਉਹ ਚੁੱਪਚਾਪ ਬੈਠੀ ਕੰਬ ਰਹੀ ਸੀ। ਮੈਂ ਫੌਰਨ ਦੌੜਦੀ ਹੋਈ ਪੁਲਿਸ ਦੇ ਕੋਲ ਪਹੁੰਚੀ ਤੇ ਸਾਰਾ ਸੱਚ ਪੁਲਿਸ ਨੂੰ ਦੱਸ ਦਿੱਤਾ। ਇੱਕ ਇੱਕ ਕਰਕੇ ਸਾਰੇ ਸਬੂਤ ਪੁਲਿਸ ਦੇ ਹਵਾਲੇ ਕਰ ਦਿੱਤੇ। ਹੁਣ ਮੈਨੂੰ ਉਸ ਦਿਨ ਦਾ ਇੰਤਜ਼ਾਰ ਸੀ ਜਦੋਂ ਉਸ ਬੁੱਢੇ ਸਰਪੰਚ ਨੇ ਪਿੰਡ ਵਾਪਸ ਆਉਣਾ ਸੀ ਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਪਾਉਣਾ ਸੀ। ਮੈਂ ਬਹੁਤ ਬੇਸਬਰੀ ਨਾਲ ਉਸ ਦਿਨ ਦਾ ਇੰਤਜ਼ਾਰ ਕਰਨ ਲੱਗੀ। ਹੁਣ ਤਾਂ ਪੁਲਿਸ ਵਾਲਿਆਂ ਨੇ ਵੀ ਸਾਡੇ ਨਾਲ ਹੀ ਪਿੰਡ ਵਾਲਿਆਂ ਦੇ ਸਾਹਮਣੇ ਇਸ ਬੁੱਢੇ ਨੂੰ ਜਲੀਲ ਕਰਨਾ ਸੀ। ਅਚਾਨਕ ਕੁਝ ਦਿਨਾਂ ਵਿੱਚ ਮੇਰੇ ਮਾਮਾ ਤੇ ਮਾਮੀ ਪਿੰਡ ਆ ਗਏ ਸੀ ਮੈਨੂੰ ਲੈਣ ਦੇ ਲਈ, ਕਿਉਂਕਿ ਮੇਰੇ ਕਾਲਜ ਦੀਆਂ ਛੁੱਟੀਆਂ ਖਤਮ ਹੋਣ ਵਾਲੀਆਂ ਸੀ। ਮਾਮਾ ਮਾਮੀ ਕਹਿਣ ਲੱਗੇ, ਅਸੀਂ ਸੋਚਿਆ ਦੀਦੀ ਤੇ ਜੀਜੂ ਨੂੰ ਵੀ ਮਿਲ ਲਵਾਂਗੇ ਤੇ ਤੈਨੂੰ ਵੀ ਨਾਲ ਹੀ ਆਪਣੇ ਨਾਲ ਸ਼ਹਿਰ ਵਾਪਸ ਲੈ ਜਾਵਾਂਗੇ। ਬਸ ਇੰਨੀ ਦੇਰ ਵਿੱਚ ਦਰਵਾਜ਼ੇ ਉੱਤੇ ਦਸਤਕ ਹੋਈ ਤੇ ਖਬਰ ਮਿਲੀ ਕਿ ਪਿੰਡ ਦਾ ਸਰਪੰਚ ਇੱਥੇ ਵਾਪਸ ਆ ਗਿਆ ਹੈ ਤੇ ਸਾਨੂੰ ਸਾਰੇ ਪਿੰਡ ਵਾਲਿਆਂ ਨੂੰ ਆਪਣੀ ਹਵੇਲੀ ਵਿੱਚ ਇੱਕ ਜ਼ਰੂਰੀ ਐਲਾਨ ਸੁਣਾਉਣ ਦੇ ਲਈ ਦਾਵਤ ਦਿੱਤੀ ਹੈ। ਬਸ ਇਹ ਸੁਣਦੇ ਹੀ ਮੈਂ ਪੁਲਿਸ ਨੂੰ ਸੂਚਨਾ ਦਿੱਤੀ। ਸਭ ਪਿੰਡ ਵਾਲੇ ਹਵੇਲੀ ਵਿੱਚ ਜਮ੍ਹਾਂ ਹੋ ਗਏ। ਮੇਰੇ ਮਾਮਾ ਮਾਮੀ ਤੇ ਮੇਰੇ ਮਾਤਾ ਪਿਤਾ ਇਸ ਗੱਲ ਨੂੰ ਜਾਣਦੇ ਸੀ। ਮੈਂ ਪੁਲਿਸ ਦੇ ਹੱਥੋਂ ਇਸ ਬੁੱਢੇ ਨੂੰ ਗ੍ਰਿਫਤਾਰ ਕਰਵਾਉਣ ਵਾਲੀ ਹਾਂ ਤੇ ਉਸ ਕੁੜੀ ਨੂੰ ਆਜ਼ਾਦ ਕਰਵਾਉਣ ਦੇ ਲਈ ਪਿੰਡ ਵਾਲੇ ਵੀ ਇਕੱਠਾ ਹੋ ਗਏ ਸੀ, ਕਿਉਂਕਿ ਮੈਂ ਸਭ ਨੂੰ ਇਸ ਬੁੱਢੇ ਦੀ ਕਾਨੂੰਨੀ ਹਰਕਤ ਦੀ ਸੱਚਾਈ ਦੱਸ ਚੁੱਕੀ ਸੀ ਤੇ ਸਾਰੇ ਪਿੰਡ ਵਾਲੇ ਕੁੜੀ ਨੂੰ ਆਜ਼ਾਦ ਕਰਾਉਣ ਦੇ ਲਈ ਮੇਰੇ ਨਾਲ ਜਮ੍ਹਾਂ ਸੀ। ਇੰਨੀ ਦੇਰ ਵਿੱਚ ਸਰਪੰਚ ਨੂੰ ਹੀ ਜ਼ਰੂਰੀ ਐਲਾਨ ਕਰ ਦਿੱਤਾ। ਉੱਥੇ ਪੁਲਿਸ ਪਹੁੰਚ ਗਈ ਤੇ ਉਸ ਬੁੱਢੇ ਨੂੰ ਹੱਥ ਕੜੀ ਲਗਾਉਂਦੇ ਹੋਏ ਉੱਥੋਂ ਲੈ ਜਾ ਰਹੀ ਸੀ।
ਇੰਨੀ ਦੇਰ ਵਿੱਚ ਚਾਦਰ ਵਿੱਚ ਛੁਪੀ ਉਹ ਕੁੜੀ ਉੱਥੇ ਪਹੁੰਚ ਗਈ ਜੋ ਬੁੱਢੇ ਦੀ ਪਤਨੀ ਸੀ। ਉਸਨੇ ਸਖਤ ਸ਼ਬਦਾਂ ਵਿੱਚ ਕਿਹਾ, ਰੁਕੋ। ਮੈਂ ਉਸ ਕੁੜੀ ਦੀ ਜਾਣੀ ਪਹਿਚਾਨੀ ਆਵਾਜ਼ ਸੁਣ ਕੇ ਦੰਗ ਰਹਿ ਗਈ। ਜਿਵੇਂ ਹੀ ਮੈਂ ਮੁੜ ਕੇ ਦੇਖਿਆ, ਮੇਰੇ ਸਿਰ ਉੱਤੋਂ ਅਸਮਾਨ ਗਿਰ ਗਿਆ। ਮੇਰੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ। ਉਹ ਕੁੜੀ ਕੋਈ ਹੋਰ ਨਹੀਂ ਬਲਕਿ ਸਾਡੀ ਪਾਰੋ ਸੀ। ਪਾਰੋ ਨੂੰ ਅਚਾਨਕ ਇੱਥੇ ਇੰਨੇ ਦਿਨਾਂ ਬਾਅਦ ਦੇਖ ਕੇ ਸਾਡੇ ਸਾਰਿਆਂ ਉੱਤੇ ਕਿਆਮਤ ਹੀ ਟੁੱਟ ਪਈ ਕਿ ਇਹ ਕੀ ਕਰ ਰਹੀ ਹੈ। ਉਹ ਲੜਕੀ ਕਿੱਥੇ ਗਾਇਬ ਹੋ ਗਈ ਜੋ ਬੁੱਢੇ ਦੀ ਪਤਨੀ ਸੀ। ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ ਸੀ। ਮੈਂ ਬਹੁਤ ਘਬਰਾ ਗਈ ਸੀ। ਉੱਥੇ ਕੀ ਚੱਲ ਰਿਹਾ ਸੀ? ਅਚਾਨਕ ਪਾਰੋ ਤੇ ਉਸ ਕੁੜੀ ਦਾ ਗਾਇਬ ਹੋ ਜਾਣਾ। ਫਿਲਹਾਲ ਮੈਂ ਪੁਲਿਸ ਤੋਂ ਕੰਪਲੇਨ ਵਾਪਸ ਲੈ ਲਈ ਤੇ ਬੁੱਢੇ ਨੂੰ ਛੁਡਵਾ ਦਿੱਤਾ। ਪਾਰੋ ਦਾ ਕਹਿਣਾ ਸੀ ਕਿ ਉਹ ਖੁਦ ਪਿੰਡ ਵਾਲਿਆਂ ਨੂੰ ਸਾਰੀ ਸੱਚਾਈ ਦੱਸੇਗੀ। ਮਾਮਾ ਤੇ ਮਾਮੀ ਹੈਰਾਨੀ ਵਿੱਚ ਆ ਗਏ ਸੀ ਪਾਰੋ ਨੂੰ ਇਸ ਹਾਲਤ ਵਿੱਚ ਦੇਖ ਕੇ, ਪਰ ਇੰਨੇ ਸਾਲਾਂ ਬਾਅਦ ਪਾਰੋ ਨੂੰ ਦੇਖ ਕੇ ਉਹ ਬਹੁਤ ਖੁਸ਼ ਹੋਏ ਸੀ। ਮਾਮੀ ਤਾਂ ਪਾਰੋ ਨੂੰ ਪਿਆਰ ਨਾਲ ਚੁੰਮਣ ਲੱਗੀ। ਮੇਰੀ ਬੱਚੀ ਤੂੰ ਕਿੱਥੇ ਸੀ? ਮੇਰੀ ਨਜ਼ਰ ਜਦੋਂ ਪਾਰੋ ਦੇ ਪੇਟ ਉੱਤੇ ਗਈ ਤਾਂ ਮੈਂ ਘਬਰਾਉਣ ਲੱਗੀ ਕਿ ਕਿਤੇ ਪਾਰੋ ਦੀ ਇਸ ਹਾਲਤ ਤਾਂ ਜ਼ਿੰਮੇਦਾਰ ਉਹ ਬੁੱਢਾ ਤਾਂ ਨਹੀਂ। ਫਿਰ ਮੇਰੇ ਦਿਮਾਗ ਵਿੱਚ ਲੱਖਾਂ ਸਵਾਲ ਪੈਦਾ ਹੋ ਰਹੇ ਸੀ। ਪਾਰੋ ਆਪਣੇ ਮਾਤਾ ਪਿਤਾ ਨੂੰ ਮਿਲ ਕੇ ਬਹੁਤ ਖੁਸ਼ ਹੋਈ ਤੇ ਹੱਥ ਜੋੜ ਕੇ ਮਾਫੀ ਮੰਗਣ ਲੱਗੀ ਕਿ ਮੈਨੂੰ ਮਾਫ ਕਰ ਦਿਓ, ਮੈਂ ਬਹੁਤ ਵੱਡੀ ਗਲਤੀ ਕੀਤੀ। ਮੈਂ ਲਵ ਦੀਆਂ ਗੱਲਾਂ ਵਿੱਚ ਆ ਕੇ ਘਰ ਤੋਂ ਭੱਜ ਕੇ ਲਵ ਨਾਲ ਵਿਆਹ ਕਰਾ ਲਿਆ। ਮੇਰੇ ਦਿਮਾਗ ਵਿੱਚ ਆਇਆ। ਮੈਂ ਇੱਕਦਮ ਕਿਹਾ, ਕਿਤੇ ਉਹ ਲਵ ਹੀ ਸਰਪੰਚ ਤਾਂ ਨਹੀਂ? ਉਹ ਕਹਿਣ ਲੱਗੀ, ਨਹੀਂ ਨਹੀਂ, ਉਹ ਇੱਕ ਧੋਖੇਬਾਜ਼ ਮੁੰਡਾ ਸੀ। ਉਸਨੇ ਮੈਨੂੰ ਧੋਖਾ ਦਿੱਤਾ। ਇਸ ਤਰ੍ਹਾਂ ਮੈਂ ਜਦੋਂ ਗਰਭਵਤੀ ਹੋਈ ਤਾਂ ਇਸ ਬੱਚੇ ਨੂੰ ਉਸਨੇ ਅਪਣਾਉਣ ਤੋਂ ਮਨਾ ਕਰ ਦਿੱਤਾ। ਉਹ ਮੈਨੂੰ ਧੋਖਾ ਦੇ ਕੇ ਚਲਾ ਗਿਆ ਤੇ ਮੈਂ ਇਸ ਹਾਲਤ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਸੀ। ਮੈਨੂੰ ਇਸ ਪਿੰਡ ਵਿੱਚ ਲਵ ਹੀ ਲਿਆਇਆ ਸੀ। ਮੈਂ ਇੱਥੇ ਆਉਣ ਤੋਂ ਪਹਿਲਾਂ ਨਹੀਂ ਜਾਣਦੀ ਸੀ ਕਿ ਇਹ ਪਿੰਡ ਮੇਰੀ ਭੂਆ ਦਾ ਪਿੰਡ ਹੈ। ਜਦੋਂ ਮੈਂ ਇੱਥੇ ਆਈ ਤਾਂ ਖੁਦ ਨੂੰ ਛੁਪਾ ਕੇ ਰਹਿਣ ਲੱਗੀ। ਕੁਝ ਦਿਨਾਂ ਬਾਅਦ ਜਦੋਂ ਮੈਂ ਗਰਭਵਤੀ ਹੋਈ ਤਾਂ ਲਵ ਮੈਨੂੰ ਇੱਥੇ ਇਕੱਲੀ ਨੂੰ ਤਨਹਾ ਬੇਸਹਾਰਾ ਛੱਡ ਕੇ ਚਲਾ ਗਿਆ। ਮੈਂ ਬਹੁਤ ਇਕੱਲੀ ਰਹਿ ਗਈ ਸੀ, ਪਰ ਉਸ ਵਕਤ ਮੇਰੀ ਮਦਦ ਇਹਨਾਂ ਨੇ ਕੀਤੀ। ਉਸਨੇ ਸਰਪੰਚ ਦੀ ਤਰਫ ਉਂਗਲੀ ਉਠਾ ਕੇ ਇਸ਼ਾਰਾ ਕੀਤਾ। ਇਹ ਉਹ ਨੇਕ ਇੱਕ ਆਦਮੀ ਹੈ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਤੇ ਮੈਨੂੰ ਇੱਥੇ ਦੁਨੀਆ ਤੋਂ ਛੁਪਾ ਕੇ ਇਸ ਹਾਲਤ ਵਿੱਚ ਸਭ ਦੀਆਂ ਨਜ਼ਰਾਂ ਤੋਂ ਦੂਰ ਰੱਖਿਆ। ਇਹ ਸਭ ਮੇਰੇ ਹੀ ਕਹਿਣ ਉੱਤੇ, ਕਿਉਂਕਿ ਮੈਂ ਦੁਨੀਆ ਦੇ ਸਾਹਮਣੇ ਨਹੀਂ ਆਉਣਾ ਚਾਹੁੰਦੀ ਸੀ। ਕਿਉਂਕਿ ਇਹ ਦੁਨੀਆ ਘਰ ਤੋਂ ਭੱਜੀ ਹੋਈ ਕੁੜੀ ਨੂੰ ਕਿਸ ਨਜ਼ਰ ਨਾਲ ਦੇਖਦੀ ਹੈ, ਇਹ ਅਸੀਂ ਸਭ ਚੰਗੀ ਤਰ੍ਹਾਂ ਜਾਣਦੇ ਹਾਂ। ਹੋਰ ਤਾਂ ਹੋਰ, ਮੈਂ ਗਰਭਵਤੀ ਸੀ। ਮੈਨੂੰ ਦੁਨੀਆ ਵਾਲੇ ਜਿਉਂਦੇ ਜੀ ਮਾਰ ਦਿੰਦੇ। ਉਹ ਮੇਰੇ ਤੇ ਲਵ ਦੇ ਵਿਆਹ ਉੱਤੇ ਯਕੀਨ ਨਹੀਂ ਕਰਦੇ, ਕਿਉਂਕਿ ਜਦ ਇਸ ਬੱਚੇ ਨੂੰ ਉਸ ਦੇ ਸਕੇ ਬਾਪ ਲਵ ਨੇ ਅਪਣਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਇਹ ਦੁਨੀਆ ਵਾਲੇ ਇਸ ਬੱਚੇ ਨੂੰ ਕਿਵੇਂ ਅਪਣਾਉਂਦੇ? ਤੇ ਉਹ ਘੋੜੇ ਵਾਲੀ ਗੱਲ ਮੈਂ ਇੱਕਦਮ ਸਵਾਲ ਕੀਤਾ ਤਾਂ ਪਾਰੋ ਹੱਸ ਪਈ ਤੇ ਕਹਿਣ ਲੱਗੀ, ਮੈਂ ਕਿਹਾ ਨਾ ਕਿ ਇਹ ਦੁਨੀਆ ਇੱਕ ਮੂੰਹ 10 ਗੱਲਾਂ। ਬਸ ਜਿਵੇਂ ਮੇਰੀ ਹਵੇਲੀ ਵਿੱਚ ਆਉਣ ਦੀ ਭਣਕ ਲੱਗੀ, ਦੁਨੀਆ ਵਾਲਿਆਂ ਨੇ ਉਸ ਨੂੰ ਅਫਵਾਹ ਬਣਾ ਦਿੱਤਾ ਕਿ ਸਰਪੰਚ ਦਾ ਵਿਆਹ, ਘੱਟ ਉਮਰ ਦੀ ਕੁੜੀ ਤੇ ਘੋੜੇ ਨਾਲ ਰਾਤ, ਇਹ ਵਗੈਰਾ ਵਗੈਰਾ ਬਹੁਤ ਹੀ ਘਿਨਾਉਣੀਆਂ ਗੱਲਾਂ ਸੁਣਨ ਨੂੰ ਮਿਲੀਆਂ। ਜਦ ਕਿ ਉਸ ਆਦਮੀ ਨੇ ਮੇਰੇ ਸਿਰ ਉੱਤੇ ਬਾਪ ਬਣ ਕੇ ਹੱਥ ਰੱਖਿਆ ਸੀ ਤੇ ਮੈਨੂੰ ਇੱਥੇ ਹਵੇਲੀ ਵਿੱਚ ਛੁਪਾ ਕੇ ਰੱਖਿਆ। ਤੇ ਉਹ ਘੋੜੇ ਉਹਨਾਂ ਦੇ ਆਪਣੇ ਨੇ, ਜਿਸ ਨੂੰ ਹਰ ਰੋਜ਼ ਖਰੀਦ ਕੇ ਆਪਣਾ ਸ਼ੌਂਕ ਪੂਰਾ ਕਰਨ ਦੇ ਲਈ ਇੱਥੇ ਲਿਆਉਂਦੇ ਨੇ। ਉਹਨਾਂ ਦਾ ਸ਼ੌਂਕ ਹੈ ਘੋੜਿਆਂ ਨੂੰ ਪਾਲਣਾ ਤੇ ਉਹਨਾਂ ਦੀ ਦੇਖਭਾਲ ਕਰਨਾ। ਮੈਂ ਕਿਹਾ, ਤੂੰ ਉਸ ਦਿਨ ਕਿਉਂ ਚੁੱਪ ਰਹੀ ਜਦ ਮੈਂ ਛੁਪ ਕੇ ਤੇਰੇ ਕੋਲ ਮਿਲਣ ਆਈ ਸੀ? ਉਦੋਂ ਵੀ ਤੂੰ ਮੈਨੂੰ ਇਹ ਸਭ ਕੁਝ ਨਹੀਂ ਦੱਸਿਆ। ਪਾਰੋ ਨੇ ਕਿਹਾ, ਕਿਉਂਕਿ ਮੇਰੀ ਗਲਤੀ ਸੀ, ਇਸ ਲਈ ਮੈਂ ਤੈਨੂੰ ਦੇਖ ਕੇ ਬਹੁਤ ਡਰ ਗਈ ਸੀ। ਤੈਨੂੰ ਇੱਥੇ ਦੇਖ ਕੇ ਮੈਨੂੰ ਕੁਝ ਸਮਝ ਨਹੀਂ ਆਇਆ ਤੇ ਮੈਂ ਹਰ ਗੱਲ ਦਾ ਹਾਂ ਹਾਂ ਵਿੱਚ ਜਵਾਬ ਦਿੱਤਾ। ਮੈਂ ਸਭ ਤੋਂ ਮਾਫੀ ਮੰਗੀ, ਕਿਉਂਕਿ ਕਿਸੇ ਨੂੰ ਨਹੀਂ ਪਤਾ ਸੀ ਕਿ ਮੈਂ ਇੱਥੇ ਸਭ ਕੁਝ ਰਿਕਾਰਡ ਕਰ ਰਹੀ ਹਾਂ। ਮੈਂ ਆਪਣੀ ਹਰਕਤ ਉੱਤੇ ਬਹੁਤ ਸ਼ਰਮਿੰਦਾ ਸੀ। ਮੈਂ ਪਿੰਡ ਵਾਲਿਆਂ ਤੇ ਸਰਪੰਚ ਤੋਂ ਹੱਥ ਜੋੜ ਕੇ ਮਾਫੀ ਮੰਗੀ। ਉਹ ਕਹਿਣ ਲੱਗੇ, ਕੋਈ ਗੱਲ ਨਹੀਂ, ਤੇਰੀ ਜਗ੍ਹਾ ਕੋਈ ਵੀ ਹੁੰਦਾ ਤਾਂ ਉਹ ਵੀ ਇਹੀ ਕਰਦਾ। ਹਾਂ, ਇਹ ਸੱਚ ਹੈ, ਮੈਂ ਇੱਕ ਬਾਂਝ ਆਦਮੀ ਹਾਂ ਤੇ ਸਾਰੀ ਜ਼ਿੰਦਗੀ ਮੈਂ ਵਿਆਹ ਨਹੀਂ ਕੀਤਾ। ਪਰ ਜੇ ਮੇਰੀ ਆਪਣੀ ਔਲਾਦ ਨਹੀਂ ਤਾਂ ਕੀ ਹੋਇਆ? ਇਸ ਬੱਚੀ ਪਾਰੋ ਨੂੰ ਦੇਖ ਕੇ ਮੈਨੂੰ ਆਪਣੀ ਸਕੀ ਔਲਾਦ ਵਰਗਾ ਅਹਿਸਾਸ ਮਹਿਸੂਸ ਹੋਇਆ ਤੇ ਮੈਂ ਇਸ ਦੇ ਸਿਰ ਉੱਤੇ ਬਾਪ ਬਣ ਕੇ ਹੱਥ ਰੱਖਿਆ ਤੇ ਇਸ ਨੂੰ ਆਪਣੀ ਹਵੇਲੀ ਵਿੱਚ ਸਭ ਤੋਂ ਮਹਿਫੂਜ਼ ਜਗ੍ਹਾ ਵਾੜੇ ਵਿੱਚ ਰੱਖਿਆ। ਇੱਥੇ ਕੋਈ ਵੀ ਆਉਂਦਾ ਜਾਂਦਾ ਨਹੀਂ ਸੀ, ਪਰ ਨਾ ਜਾਣੇ ਕਿਵੇਂ ਉਸ ਰਾਣੋ ਨੂੰ ਇਸ ਕੁੜੀ ਦੇ ਬਾਰੇ ਵਿੱਚ ਪਤਾ ਚੱਲ ਗਿਆ ਤੇ ਉਸਨੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਪਿੰਡ ਵਿੱਚ ਘਰ ਘਰ ਜਾ ਕੇ ਅੱਗ ਦੀ ਤਰ੍ਹਾਂ ਫੈਲਾ ਦਿੱਤੀਆਂ, ਜਦ ਕਿ ਸੱਚਾਈ ਉਸ ਤੋਂ ਬਿਲਕੁਲ ਅਲੱਗ ਸੀ।
ਸੱਚ ਕੁਝ ਹੋਰ ਹੀ ਸੀ। ਪਿੰਡ ਵਾਲਿਆਂ ਦੇ ਦਿਲ ਵੀ ਸਰਪੰਚ ਦੇ ਲਈ ਬਿਲਕੁਲ ਸਾਫ਼ ਹੋ ਚੁੱਕੇ ਸੀ। ਉਹ ਸਭ ਜਾਣ ਗਏ ਸੀ ਕਿ ਹਰ ਇਨਸਾਨ ਜੋ ਦਿਖਾਈ ਦਿੰਦਾ ਹੈ ਜ਼ਰੂਰੀ ਨਹੀਂ ਉਹ ਹਰ ਵਾਰ ਗਲਤ ਹੋਵੇ। ਕਦੇ ਕਦੇ ਬਾਹਰ ਤੋਂ ਸਖਤ ਦਿਲ ਰੱਖਣ ਵਾਲੇ ਲੋਕ ਅੰਦਰ ਤੋਂ ਉਨੇ ਹੀ ਨਰਮ ਦਿਲ ਦੇ ਹੁੰਦੇ ਨੇ। ਅਸੀਂ ਪਾਰੋ ਨੂੰ ਲੈ ਕੇ ਘਰ ਆ ਚੁੱਕੇ ਸੀ। ਅਸੀਂ ਲੋਕਾਂ ਨੇ ਪਾਰੋ ਨੂੰ ਮਾਫ ਕਰ ਦਿੱਤਾ ਸੀ। ਉਹ ਆਪਣੀ ਗਲਤੀ ਉੱਤੇ ਬਹੁਤ ਸ਼ਰਮਿੰਦਾ ਸੀ ਤੇ ਮੈਨੂੰ ਕਹਿਣ ਲੱਗੀ, ਸੋਨੀਆ ਤੂੰ ਹਮੇਸ਼ਾ ਮੈਨੂੰ ਸਮਝਾਉਂਦੀ ਸੀ ਪਰ ਮੈਂ ਗਲਤ ਰਸਤੇ ਉੱਤੇ ਚੱਲ ਪਈ ਸੀ ਤੇ ਆਪਣੀ ਗਲਤੀ ਦੀ ਸਜ਼ਾ ਇਸ ਤਰ੍ਹਾਂ ਭੁਗਤ ਚੁੱਕੀ ਹਾਂ। ਮੇਰੀ ਹੋਰ ਹਿੰਮਤ ਨਹੀਂ। ਬਸ ਇਹ ਬੱਚਾ ਦੁਨੀਆ ਵਿੱਚ ਆ ਜਾਵੇ ਤਾਂ ਮੈਂ ਉਸ ਨੂੰ ਇੱਕ ਚੰਗੀ ਪਰਵਰਿਸ਼ ਦੇਵਾਂਗੀ ਤੇ ਉਸ ਨੂੰ ਤੇਰੀ ਤਰ੍ਹਾਂ ਇੱਕ ਚੰਗਾ ਤੇ ਨੇਕ ਇਨਸਾਨ ਬਣਾਵਾਂਗੀ। ਕੁਝ ਮਹੀਨਿਆਂ ਬਾਅਦ ਪਾਰੋ ਨੇ ਇੱਕ ਛੋਟੀ ਜਿਹੀ ਬੇਟੀ ਨੂੰ ਜਨਮ ਦਿੱਤਾ। ਅਸੀਂ ਸਾਰੇ ਬਹੁਤ ਖੁਸ਼ ਸੀ। ਪਾਰੋ ਨੇ ਕਦੇ ਵੀ ਦੂਜਾ ਵਿਆਹ ਨਹੀਂ ਕੀਤਾ ਤੇ ਆਪਣੀ ਅੱਗੇ ਦੀ ਜ਼ਿੰਦਗੀ ਉਸ ਬੱਚੀ ਦੀ ਚੰਗੀ ਪਰਵਰਿਸ਼ ਕਰਨ ਵਿੱਚ ਗੁਜ਼ਾਰ ਦਿੱਤੀ। ਮੈਂ ਵੀ ਡਿਗਰੀ ਹਾਸਲ ਕਰਕੇ ਚੰਗੀ ਸਿੱਖਿਆ ਪੂਰੀ ਕਰਕੇ ਆਸਟ੍ਰੇਲੀਆ ਚਲੀ ਗਈ। ਮੈਨੂੰ ਦੇਖ ਕੇ ਮੇਰੇ ਮਾਤਾ ਪਿਤਾ ਵੀ ਬਹੁਤ ਖੁਸ਼ ਸੀ। ਹੁਣ ਮੈਂ ਵੀ ਖੂਬ ਮਿਹਨਤ ਤੇ ਚੰਗੀ ਜੌਬ ਕਰਦੇ ਹੋਏ ਪਿੰਡ ਤੋਂ ਸ਼ਹਿਰ ਆ ਕੇ ਸ਼ਿਫਟ ਹੋ ਗਈ ਸੀ। ਮਾਮਾ ਮਾਮੀ ਤੇ ਪਾਰੋ ਵੀ ਛੋਟੀ ਜਿਹੀ ਸੋਨੀਆ ਦੇ ਨਾਲ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ। ਜ਼ਰੂਰੀ ਨਹੀਂ ਅੱਖੀ ਦੇਖਿਆ ਸੱਚ ਹੀ ਹਕੀਕਤ ਸਾਬਤ ਹੋਵੇ ਤੇ ਸੁਣੀਆਂ ਸੁਣਾਈਆਂ ਗੱਲਾਂ ਉੱਤੇ ਯਕੀਨ ਕਰਨ ਦੀ ਬਜਾਏ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲੈਣੀ ਚਾਹੀਦੀ ਹੈ। ਤੇ ਕਦੇ-ਕਦੇ ਬਾਹਰ ਤੋਂ ਸਖਤ ਮਜਾਜ ਲੋਕ ਵੀ ਅੰਦਰ ਤੋਂ ਨਰਮ ਦਿਲ ਦੇ ਹੁੰਦੇ ਨੇ। ਪਾਰੋ ਨੇ ਜੋ ਗਲਤੀ ਕੀਤੀ ਸੀ ਉਸ ਉੱਤੇ ਤਾਂ ਉਸ ਨੂੰ ਬਹੁਤ ਹੀ ਪਛਤਾਵਾ ਸੀ, ਪਰ ਉਸ ਦੀ ਬੇਟੀ ਦਾ ਉਸ ਦੀ ਜ਼ਿੰਦਗੀ ਵਿੱਚ ਆ ਜਾਣ ਨਾਲ ਪਾਰੋ ਨੂੰ ਜੀਣ ਦੀ ਇੱਕ ਨਵੀਂ ਉਮੀਦ ਮਿਲ ਗਈ ਸੀ। ਦੋਸਤੋ, ਉਮੀਦ ਕਰਦਾ ਹਾਂ ਤੁਹਾਨੂੰ ਸਾਡੀ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ। ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਲੈ ਕੇ। ਧੰਨਵਾਦ ਜੀ।